ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲ ਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਜੁਗੋ ਜੁਗਿਆ ਟਲ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਆਓ ਸਰਬਤ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੱਡੇ ਭਾਗਾਂ ਵਾਲੇ ਹਾਂ ਕਿ ਸਤਿਗੁਰੂ ਜੀ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਕੁਝ ਘੜੀਆਂ, ਕੁਝ ਪਲ, ਕੁਝ ਸਮਾਂ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਬੈਠਣ ਦਾ ਸਾਨੂੰ ਮਿਲਿਆ ਹੈ। ਸਵਾਓ ਇਸ ਪਾਵਨ ਸਥਾਨ ਦੇ ਜੋ ਕਾਰਜ ਉਪਰਾਲੇ ਨੇ ਸ਼ਲਾਘਾਯੋਗ ਨੇ ਕਿ ਸ਼ਬਦ ਦੇ ਪ੍ਰਚਾਰ ਦੇ ਰਾਹੀਂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਸੁਨੇਹੇ ਨੂੰ ਘਰ ਘਰ ਤੱਕ ਪਹੁੰਚਾਇਆ ਜਾਏ। ਚਾਹੇ ਉਹ ਸ਼ਬਦ ਕੀਰਤਨ ਦੇ ਰੂਪ ਦੇ ਵਿੱਚ, ਚਾਹੇ ਸਹਿ ਪਾਠ ਦੇ ਰੂਪ ਦੇ ਵਿੱਚ, ਚਾਹੇ ਸ਼ਬਦ ਦੀ ਵਿਚਾਰ ਦੇ ਰੂਪ ਦੇ ਵਿੱਚ। ਸਵਾਓ ਜਿਤਨਾ ਵੀ ਸਮਾਂ ਮਿਲਿਆ ਹੈ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਸਾਂਝ ਪਾ ਕੇ ਮਿਲੇ ਹੋਏ ਸਮੇਂ ਨੂੰ ਆਪਾਂ ਨੇ ਰਲ ਮਿਲ ਕੇ ਸਾਂਝ ਪਾ ਕੇ ਮਿਲੇ ਸਮੇਂ ਨੂੰ ਸਫਲਾ ਕਰਨ ਦਾ ਯਤਨ ਕਰਨਾ ਹੈ। ਸਵਾਓ ਪਾਵਨ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਮਨ ਬਿਰਤੀਆਂ ਸੁਰਤੀਆਂ ਨੂੰ ਇਕਾਗਰਚਿਤ ਕਰਨ ਦਾ ਯਤਨ ਕਰਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਝੁਕਾਓ ਸੀਸ। ਦਾਸ ਨੂੰ ਬਖਸ਼ੋ ਸੀਸ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਪਾਵਨ ਸਥਾਨ ਦਾ ਉਪਰਾਲਾ ਸ਼ਬਦ ਦੇ ਨਾਲ, ਬਾਣੀ ਦੇ ਨਾਲ ਸੰਗਤ ਨੂੰ ਜੋੜਨ ਦਾ।
ਔਰ ਅੱਜ ਆਪਾਂ ਨੇ ਵੀ ਵਿਚਾਰ ਇਹ ਕਰਨੀ ਕਿ ਜਿਸ ਸ਼ਬਦ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਉਹ ਸ਼ਬਦ ਦੀ ਕਿੰਨੀ ਤਾਕਤ ਇਹ ਬਿਆਨ ਤਾਂ ਨਹੀਂ ਕੀਤੀ ਜਾ ਸਕਦੀ, ਪਰ ਉਸ ਤਾਕਤ ਦੇ ਨਾਲ ਜਿਨ੍ਹਾਂ ਦੇ ਜੀਵਨ ਬਦਲੇ ਗਏ ਨੇ ਔਰ ਉਹਨਾਂ ਤੋਂ ਉਦਾਹਰਨ ਲੈ ਕੇ ਅਸੀਂ ਕੁਝ ਨਾ ਕੁਝ ਸਿੱਖ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਜ਼ਰੂਰ ਕਰ ਸਕਦੇ ਹਾਂ। ਸ਼ਬਦ ਦੀ ਤਾਕਤ ਕੀ ਹੈ, ਗੁਰਬਾਣੀ ਦੀ ਤਾਕਤ ਕੀ ਹੈ, ਔਰ ਉਹਦੇ ਪਰਥਾਏ ਆਪਾਂ ਨੇ ਰਲ ਮਿਲ ਕੇ ਵਿਚਾਰ ਕਰਨ ਦਾ ਯਤਨ ਕਰਨਾ ਜੀ। ਔਰ ਆਪ ਜੀ ਨੇ ਇੱਕ ਸ਼ਬਦ ਸੁਣਿਆ ਹੋਵੇਗਾ, ਪੁਰਾਤਨ ਜਨਮ ਸਾਖੀ। ਹੋ ਸਕਦਾ ਵਿੱਚੋਂ ਕਈ ਸੰਗਤਾਂ ਨੇ ਪੜ੍ਹੀ ਵੀ ਹੋਵੇ। ਪੁਰਾਤਨ ਜਨਮ ਸਾਖੀ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸ਼ੇਖ ਫਰੀਦ ਬਾਬਾ ਜੀ ਦੇ 12ਵੇਂ ਗੱਦੀ ਨਸ਼ੀਨ, ਜਿਹਦਾ ਨਾਮ ਸ਼ੇਖ ਇਬਰਾਹਿਮ ਹੈ, ਉਹਦੇ ਨਾਲ ਹੋਈ ਵਾਰਤਾ ਜਾਂ ਉਹਨਾਂ ਦੇ ਨਾਲ ਹੋਏ ਸਵਾਲ ਜਵਾਬ, ਜਿਹਦੇ ਵਿੱਚ ਸ਼ਬਦ ਦੀ ਤਾਕਤ ਨੂੰ ਬਿਆਨ ਕੀਤਾ ਹੈ। ਆਪ ਜੀ ਨੂੰ ਫਿਰ ਦੁਹਰਾ ਦੇਵਾਂ, ਪੁਰਾਤਨ ਜਨਮ ਸਾਖੀ, ਉਹ ਜਿਹਨੂੰ ਵੱਖ-ਵੱਖ ਨਾਮਾਂ ਦੇ ਨਾਲ ਵੀ ਜ਼ਿਕਰ ਕੀਤਾ ਜਾਂਦਾ ਹੈ। ਪੁਰਾਤਨ ਹੋਣ ਕਰਕੇ, ਪੁਰਾਣੀ ਹੋਣ ਕਰਕੇ ਇਹਦਾ ਨਾਮ ਪੁਰਾਤਨ ਜਨਮ ਸਾਖੀ ਵੀ ਦੱਸਿਆ ਜਾਂਦਾ ਹੈ। ਹਾਫਜ਼ਾਬਾਦ ਵਾਲੀ ਵੀ ਸਾਖੀ ਕਿਹਾ ਜਾਂਦਾ ਹੈ, ਕਿਉਂਕਿ ਹਾਫਜ਼ਾਬਾਦ ਦੇ ਇਲਾਕੇ ਤੋਂ ਇਹਦੇ ਕੁਝ ਪੁਰਾਤਨ ਪੁਰਾਣੇ ਖਰੜੇ ਮਿਲੇ ਨੇ। ਔਰ ਜਦੋਂ ਸਿੱਖਾਂ ਦਾ ਪਤਨ ਹੋ ਗਿਆ, ਸਿੱਖਾਂ ਦੇ ਪਤਨ ਤੋਂ ਬਾਅਦ ਵਿਦੇਸ਼ ਇੰਗਲੈਂਡ ਵਿੱਚ ਇਸ ਪੁਰਾਤਨ ਜਨਮ ਸਾਖੀ ਨੂੰ ਲਿਜਾਇਆ ਗਿਆ, ਤਦੋਂ ਇਹਦਾ ਨਾਮ ਵਲਾਇਤ ਵਾਲੀ ਜਨਮ ਸਾਖੀ ਪੈ ਗਿਆ। ਮਿਸਟਰ ਕਾਲਬਰੁੱਕ ਵੀ ਇੰਗਲੈਂਡ ਲੈ ਕੇ ਗਿਆ ਤੇ ਉਦੋਂ ਇਸ ਜਨਮ ਸਾਖੀ ਦਾ ਨਾਮ ਮਿਸਟਰ ਕਾਲਬਰੁੱਕ ਵਾਲੀ ਜਨਮ ਸਾਖੀ ਪੈ ਗਿਆ। ਸੋ ਖੈਰ, ਜਨਮ ਸਾਖੀ ਇੱਕੋ ਹੀ ਹੈ, ਪਰ ਨਾਮ ਉਹਦੇ ਚਾਰਾਂ ਦਾ ਜ਼ਿਕਰ ਆਉਂਦਾ ਹੈ। ਔਰ ਉਹਦੇ ਵਿੱਚ ਇੱਕ ਵਾਕਿਆ ਹੈ ਕਿ ਸ਼ਬਦ ਦੀ ਤਾਕਤ ਕਿੰਨੀ ਹੈ। ਜ਼ਿਕਰ ਆਉਂਦਾ ਹੈ ਪਾਕ ਪਟਨ ਦਾ। ਅਸਲ ਵਿੱਚ ਭਾਈ ਕਾਹਨ ਸਿੰਘ ਨਾਭਾ ਜੀ ਦੇ ਅਨੁਸਾਰ ਨਾਮ ਜਿਹੜਾ ਅਸਲ ਵਿੱਚ ਪਾਕ ਪਟਨ ਨਹੀਂ ਹੈ, ਅਸਲ ਵਿੱਚ ਨਾਮ ਹੈ ਪਾਕ ਪਤਨ। ਪਾਕ ਦਾ ਅਰਥ ਹੁੰਦਾ ਹੈ ਪਵਿੱਤਰ। ਕਈ ਵਾਰ ਆਪਾਂ ਕਹਿ ਦਿੰਦੇ ਪਾਕ ਰੂਹਾਂ, ਇਹ ਬੰਦੇ ਦਾ ਜੀਵਨ ਬੜਾ ਪਾਕ ਪਵਿੱਤਰ ਹੈ, ਬਾਣੀ ਬੜੀ ਪਾਕ ਪਵਿੱਤਰ ਹੈ। ਪਾਕ ਦਾ ਅਰਥ ਹੁੰਦਾ ਹੈ ਪਵਿੱਤਰ। ਪਤਨ ਦਾ ਅਰਥ ਹੁੰਦਾ ਦਰਿਆ ਦਾ ਕਿਨਾਰਾ, ਦਰਿਆ ਦਾ ਕੰਢਾ। ਔਰ ਉਹਦਾ ਅਰਥ ਇਹ ਹੋਇਆ ਕਿ ਦਰਿਆ ਦਾ ਪਵਿੱਤਰ ਕੰਢਾ ਜਾਂ ਦਰਿਆ ਦਾ ਪਵਿੱਤਰ ਕਿਨਾਰਾ, ਪਾਕ ਪਤਨ। ਔਰ ਅੰਗਰੇਜ਼ਾਂ ਨੇ ਪਤਨ ਦਾ ਜਦੋਂ ਲਿਖਾਈ ਕੀਤੀ ਤੇ ਉਹਨਾਂ ਨੇ ਵਿੱਚ ਟੀ ਸ਼ਬਦ ਵਰਤਿਆ, ਤੇ ਜਿਹਦੇ ਕਰਕੇ ਉਹਨਾਂ ਦੀ ਬੋਲੀ 'ਚ ਪਾਕ ਪਟਨ, ਤੇ ਅਸੀਂ ਪੰਜਾਬੀ ਲੋਕ ਵੀ ਉਸੇ ਦੇ ਨਾਂ ਦੇ ਪਿੱਛੇ ਲਾ ਕੇ ਪਾਕ ਪਟਨ ਕਹਿਣਾ ਸ਼ੁਰੂ ਕਰ ਦਿੱਤਾ। ਅਸਲ ਵਿੱਚ ਭਾਈ ਕਾਹਨ ਸਿੰਘ ਨਾਭਾ ਜੀ ਦੇ ਅਨੁਸਾਰ ਪਾਕ ਪਤਨ ਜੋ ਨਾਮ ਹੈ। ਔਰ ਉਹ ਵਾਲਾ ਪਾਵਨ ਸਥਾਨ ਜੋ ਪਹਿਲੇ ਪੰਜਾਬ ਦੇ ਜ਼ਿਲ੍ਹੇ ਮਿੰਟ ਗੁਮਰੀ ਦਾ ਇੱਕ ਇਲਾਕਾ ਨਗਰ ਹੈ, ਜਿਸ ਪਾਵਨ ਸਥਾਨ ਦੇ ਉੱਤੇ ਬਾਬਾ ਸ਼ੇਖ ਫਰੀਦ ਰਹਿੰਦੇ ਸੀ। ਔਰ ਉਸ ਪਾਵਨ ਸਥਾਨ ਦੇ ਉੱਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਵੀ ਆਮਦ ਹੋਈ ਹੈ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਆਉਣ ਦੀ ਆਮਦ ਦੀ ਖੁਸ਼ੀ ਦੇ ਅੰਦਰ ਉਸ ਇਲਾਕੇ ਤੋਂ ਪੱਛਮ ਦਿਸ਼ਾ 4 ਮੀਲ ਦੀ ਦੂਰੀ ਦੇ ਉੱਤੇ ਪਾਵਨ ਸਥਾਨ ਨਾਨਕਸਰ ਜੋ ਉੱਥੇ ਸੁਭਾਇਮਾਨ ਹੈ। ਔਰ ਇਸ ਪਾਕ ਪਤਨ ਦੇ ਇਲਾਕੇ ਦੇ ਵਿੱਚ 12ਵੀਂ ਸਦੀ ਦੇ ਵਿੱਚ ਹੋਏ ਬਾਬਾ ਸ਼ੇਖ ਫਰੀਦ ਜੀ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਪ੍ਰਚਾਰਕ ਦੌਰੇ ਤੇ ਜਾਂਦੇ ਨੇ, ਉਸ ਸਮਾਂ 1517 ਦਾ। 1517 ਦੇ ਸਮੇਂ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਇਸ ਇਲਾਕੇ ਵਿੱਚ ਆਉਂਦੇ ਨੇ, ਔਰ ਤਦੋਂ ਬਾਬਾ ਸ਼ੇਖ ਫਰੀਦ ਜੋ 12ਵੀਂ ਸਦੀ ਵਿੱਚ ਹੋਏ, ਔਰ ਉਹਨਾਂ ਤੋਂ ਬਾਅਦ ਉਹਨਾਂ ਦੇ 12ਵੇਂ ਗੱਦੀ ਦੇ ਮੁਖੀ ਜਿਹਨੂੰ ਰੋਜ਼ਾ, ਨਸ਼ੀਨ ਔਰ ਸ਼ੇਖ ਇਬਰਾਹਿਮ ਕਰਕੇ ਇਤਿਹਾਸ ਵਿੱਚ ਉਹਨਾਂ ਦੇ ਨਾਮ ਦਾ ਜ਼ਿਕਰ ਆਉਂਦਾ ਹੈ। ਸ਼ੇਖ ਇਬਰਾਹਿਮ ਬਾਬਾ ਫਰੀਦ ਜੀ ਦੇ ਗੱਦੀ ਦੇ 12ਵੇਂ ਵਾਰਸ ਨੇ, ਗੱਦੀ ਨਸ਼ੀਨ ਨੇ। ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਉਸ ਪਾਵਨ ਸਥਾਨ ਤੇ ਜਾਂ ਪਾਵਨ ਧਰਤੀ ਤੇ ਪਹੁੰਚੇ ਨੇ, ਔਰ ਹੋਇਆ ਕਿ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨਾ ਤੇ ਬਾਰ-ਬਾਰ ਜੰਗਲ ਦੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ, ਤੇ ਨਾਲ ਭਾਈ ਮਰਦਾਨਾ ਜੀ।
ਤੇ ਇੱਥੇ ਬੜੀ ਬੜੀ ਇੱਕ ਅਹਿਮ ਗੱਲ ਹੈ ਕਿ ਗੁਰੂ ਦਾ ਦਰਸ਼ਨ ਕਿਵੇਂ ਕੀਤਾ ਜਾਏ। ਉਸ ਮਾਲਕ, ਜਿਸ ਮਾਲਕ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਗੱਲਾਂ ਕਰਦੇ ਨੇ, ਮਾਲਕ ਨੂੰ ਕਿਵੇਂ ਦੇਖਿਆ ਜਾਏ, ਮਾਲਕ ਦੇ ਨਾਲ ਕਿਵੇਂ ਸਾਂਝ ਪਾਈ ਜਾਏ, ਉਹ ਇਹ ਸਾਰੀ ਗੱਲ ਜਨਮ ਸਾਖੀ ਦੇ ਅੰਦਰ ਜ਼ਿਕਰੀ ਹੈ। ਜੇਕਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਨੇ ਤਾਂ ਉਹਨਾਂ ਦੇ ਸ਼ਬਦ ਬਾਣੀ ਵਿੱਚੋਂ ਸਾਨੂੰ ਦਰਸ਼ਨ ਹੋਣਗੇ। ਔਰ ਇੱਕ ਸ਼ਬਦ ਆਪਾਂ ਰੋਜ਼ਾਨਾ ਅਰਦਾਸ ਵਿੱਚ ਪੜ੍ਹਦੇ ਹਾਂ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਔਰ ਜਿਹੜਾ ਗੁਰਬਾਣੀ ਦਾ ਪਾਠ ਕਰੇਗਾ ਉਸ ਕੀਤੇ ਉਹ ਪਾਠ ਦੇ ਵਿੱਚੋਂ ਹੀ ਸਤਿਗੁਰੂ ਜੀ ਦੇ ਦਰਸ਼ਨ ਹੋਣਗੇ। ਔਰ ਸਾਹਿਬ ਜੀ ਕਹਿਣ ਲੱਗੇ, ਜਿਹੜਾ ਮਾਲਕ ਪਰਮਾਤਮਾ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਖੁਦਾ ਅੱਲਾਹ ਤਾਲਾ ਮਾਲਕ ਦੀ ਸਿਫਤ ਦੇ ਵਿੱਚੋਂ ਮਾਲਕ ਦੇ ਦਰਸ਼ਨ ਹੋਣਗੇ। ਤੇ ਸਤਿਗੁਰੂ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਰਬਾਬ ਛੇੜ, ਖੁਦਾ ਦੀ ਸਿਫਤ ਦੇ ਵਿੱਚੋਂ ਆਪਾਂ ਖੁਦਾ ਦੇ ਦੀਦਾਰ ਨੂੰ ਮਾਣੀਏ, ਦਰਸ਼ਨ ਨੂੰ ਮਾਣੀਏ ਕਿ ਬਾ ਕਮਾਲ। ਔਰ ਜਿੰਨਾ ਚਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਭਾਈ ਮਰਦਾਨੇ ਨੇ ਸਫ਼ਰ ਤੈਅ ਕੀਤਾ ਹੈ, ਪ੍ਰਚਾਰਕ ਦੌਰਿਆਂ ਤੇ ਅੱਗੇ ਉਦਾਸੀਆਂ ਕੀਤੀਆਂ ਨੇ, ਔਰ ਉਹਨਾਂ ਚਿਰ ਉਹਨਾਂ ਦੀ ਰਬਾਬ ਹਮੇਸ਼ਾ ਨਾਲ ਰਹੀ ਹੈ। ਇੱਕ ਗੱਲ ਹੋਰ ਯਾਦ ਰੱਖਣਾ, ਦੁਨੀਆ ਦੇ ਵਿੱਚ ਬੜੇ ਸਾਜ਼ ਨੇ, ਪਰ ਰਬਾਬ ਇੱਕ ਇਹੋ ਜਿਹਾ ਸਾਜ਼ ਹੈ ਜਿਹਦੇ ਵਿੱਚ ਸੁਰ ਵੀ ਹੈ ਤੇ ਤਾਲ ਵੀ ਹੈ। ਰਾਗੀ ਸਿੰਘ ਕੀਰਤਨ ਕਰਦੇ ਨੇ ਔਰ ਉਹਨਾਂ ਦੇ ਵਾਜੇ ਹਾਰਮੋਨੀਅਮ ਦੇ ਅੰਦਰ ਸੁਰ ਹੈ ਤੇ ਜੋ ਜੋੜੀ ਤਬਲਾ ਉਹਦੇ ਅੰਦਰ ਤਾਲ ਹੁੰਦੀ। ਪਰ ਰਬਾਬ ਇੱਕ ਇਹੋ ਜਿਹਾ ਸਾਜ਼ ਹੈ ਜਿਹਦੇ ਵਿੱਚ ਸੁਰ ਵੀ ਹੁੰਦੀ ਤੇ ਤਾਲ ਵੀ ਹੁੰਦੀ। ਔਰ ਪਿੱਛੇ ਜੇ ਮੈਂ ਦੇਖ ਰਿਹਾ ਸੀ YouTube ਦੇ ਉੱਤੇ, ਆਪਣੇ ਪਟਿਆਲਾ ਦੇ ਭਾਈ ਭਗਵਾਨ ਸਿੰਘ ਖੋਜੀ, ਔਰ ਉਹਨਾਂ ਨੇ ਇੱਕ ਵੀਡੀਓ ਪਾਈ, ਅੰਮ੍ਰਿਤਸਰ ਤੋਂ ਅੱਗੇ 200-250 ਕਿਲੋਮੀਟਰ ਦਾ ਇਲਾਕਾ, ਇੱਕ ਪਛੜਿਆ ਪਿੰਡ ਹੈ ਪਹਾੜਾਂ ਦੇ ਵਿੱਚ ਜਾ ਕੇ, ਔਰ ਉਹਨਾਂ ਨੇ ਵੀਡੀਓ ਪਾਈ, ਉੱਥੇ ਪੁਰਾਣੇ ਪਿੰਡ ਦੇ ਵਿੱਚ ਰਹਿਣ ਵਾਲੇ ਉਹਨਾਂ ਲੋਕ ਸਹਿਧਾਰੀ ਸਿੱਖ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਰਬਾਬ ਨੂੰ ਸਾਂਭਿਆ ਹੋਇਆ, ਉਹਨਾਂ ਨੇ ਆਪਣੇ ਪਾਸ ਬੜੇ ਸਨਮਾਨ ਦੇ ਨਾਲ, ਔਰ ਉਹ ਭਾਈ ਮਰਦਾਨੇ ਦੀ ਰਬਾਬ ਜਿਹਦੀਆਂ ਤੰਦਾਂ ਛੇੜ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਬਾਣੀ ਗਾ ਕੇ ਮਾਲਕ ਨਾਲ ਸਾਂਝਾ ਪਾਇਆ ਕਰਦੇ ਸੀ। ਉਹ ਭਗਵਾਨ ਸਿੰਘ ਖੋਜੀ ਸ਼ਾਇਦ ਆਪਨੇ ਮਿਲੇ ਹੋਗੇ, ਔਰ ਉਹਨਾਂ ਨੇ ਇਹ ਵੀਡੀਓ ਆਪਣੇ YouTube ਤੇ ਪਾਈ ਹੋਈ। ਸੋ ਖੈਰ, ਭਾਈ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਰਬਾਬ ਛੇੜ, ਉਸ ਖੁਦਾ ਦੀ ਸਿਫਤ ਦੇ ਵਿੱਚੋਂ ਮਾਲਕ ਦੇ ਦੀਦਾਰ ਕਰੀਏ। ਤੇ ਬੜੇ ਪਿਆਰ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਸ਼ਬਦ ਕਿਹੜਾ ਪੜ੍ਹਿਆ, ਆਪੇ ਪੱਟੀ। ਸਾਹਿਬ ਜੀ ਕਹਿਣ ਲੱਗੇ, ਮਾਲਕ ਦੀ ਸਿਫਤ ਸਲਾਹ ਕਰਦਿਆਂ, ਸਾਹਿਬ ਜੀ ਦੀ ਗੁਣਾਂ ਨੂੰ ਗਾਉਂਦਿਆਂ ਹੋਇਆ, ਸਾਹਿਬ ਜੀ ਨੇ ਆਪਣੀ ਪਾਵਨ ਰਸਨਾ ਤੋਂ ਉਸ ਮਾਲਕ ਦੇ ਗੁਣਾਂ ਨੂੰ ਗਾਉਂਦਿਆਂ ਸ਼ਬਦ ਉਚਾਰਨ ਕੀਤਾ ਹੈ। ਸਾਹਿਬ ਜੀ ਨੇ ਕਿਹਾ, ਆਪੇ ਪੱਟੀ ਕਲਮ ਆਪ, ਉੱਪਰ ਲੇਖ ਭੇ ਤੂੰ, ਦੂਜਾ ਕਹੇ ਨਾਨਕਾ। ਸਾਹਿਬ ਜੀ ਕਹਿਣ ਲੱਗੇ, ਇਹੋ ਜਿਹੇ ਮਾਲਕ ਤੋਂ ਬਿਨਾਂ ਦੂਜੇ ਕਿਸੇ ਨੂੰ ਸਿਮਰਨਾ ਜਾਂ ਯਾਦ ਕਰਨਾ ਨਹੀਂ ਚਾਹੀਦਾ। ਆਪੇ ਪੱਟੀ ਕਲਮ ਆਪ, ਉੱਪਰ ਲੇਖ ਪੇ ਤੂੰ, ਏਕੋ ਕਹੀਐ ਨਾਨਕਾ, ਦੂਜੇ ਕਾਹੇ ਕੂ। ਉਹ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਦੋਂ ਆਪਣੀ ਰਸਨਾ ਤੋਂ ਇਹੋ ਜਿਹੀ ਬਾਣੀ ਉਚਾਰੀ ਹੈ ਤੇ ਭਾਈ ਮਰਦਾਨੇ ਨੇ ਆਪਣੇ ਹੱਥ 'ਚ ਫੜੀ ਹੋਈ ਰਬਾਬ ਦੀਆਂ ਤੰਦਾਂ ਨੂੰ ਛੇੜਿਆ ਹੈ, ਔਰ ਇਹੋ ਜਿਹੀ ਲਾਹੀ ਬਾਣੀ ਦੇ ਬੋਲ ਉਸੇ ਜੰਗਲ ਦੇ ਵਿੱਚ ਲੱਕੜਾਂ ਚੁਗ ਰਹੇ ਉਸ ਸ਼ੇਖ ਇਬਰਾਹਿਮ ਦੇ ਚੇਲੇ, ਜਿਹਦਾ ਨਾਮ ਇਤਿਹਾਸ ਦੇ ਵਿੱਚ ਸੈਯਦ ਕਮਾਲੂਦੀਨ ਆਉਂਦਾ ਹੈ। ਸੈਯਦ ਕਮਾਲੂਦੀਨ ਲੱਕੜਾਂ ਚੁਗ ਰਿਹਾ ਹੈ, ਉਹ ਲੱਕੜਾਂ ਚੁਗਦਿਆਂ ਚੁਗਦਿਆਂ ਕੰਨ ਦੇ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਅਗੰਮੀ ਬੋਲ ਪਏ ਤੇ ਕੰਨਾਂ ਵਿੱਚ ਰਸ ਘੁਲ ਗਿਆ। ਮਨ ਨੂੰ ਬੜਾ ਸਕੂਨ ਮਿਲਿਆ ਹੈ, ਮਨ ਨੂੰ ਬੜੀ ਸ਼ਾਂਤੀ ਮਿਲੀ, ਮਨ ਨੂੰ ਜਿਵੇਂ ਕੰਨਾਂ ਵਿੱਚ ਕਿਸੇ ਨੇ ਰਸ ਅੰਮ੍ਰਿਤ ਘੋਲ ਦਿੱਤਾ ਹੋਵੇ। ਮਨ ਖੁਸ਼ੀ ਦੇ ਨਾਲ ਬਾਗੋ ਬਾਗ ਹੋ ਗਿਆ, ਰਹਿਆ ਨਾ ਗਿਆ। ਤੇ ਉਸ ਵੇਲੇ ਜਿੰਨੀਆਂ ਵੀ ਲੱਕੜਾਂ ਇਕੱਠੀਆਂ ਹੋਈਆਂ, ਉਸ ਕਮਾਲੂਦੀਨ ਸੈਯਦ ਕਮਾਲੂਦੀਨ ਨੇ ਸਿਰ ਤੇ ਧਰੀਆਂ। ਜਿੱਧਰੋਂ ਆਵਾਜ਼ ਆ ਰਹੀ ਹੈ, ਸਿਰ ਤੇ ਲੱਕੜਾਂ ਧਰ ਕੇ ਉਧਰ ਨੂੰ ਚੱਲ ਪਿਆ। ਉਹ ਜਦੋਂ ਲਾਗੇ ਜਾ ਪਹੁੰਚਿਆ, ਇਸ ਕਮਾਲੂਦੀਨ ਨੇ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ, ਤੇ ਸਤਿਗੁਰੂ ਜੀ ਦੇ ਸਾਹਮਣੇ ਬੈਠ ਗਿਆ ਤੇ ਆਪਣੀ ਮੁਲਤਾਨ ਦੀ ਮੁਲਤਾਨੀ ਭਾਸ਼ਾ ਵਿੱਚ ਸੈਯਦ ਕਮਾਲੂਦੀਨ ਕਹਿਣ ਲੱਗਾ, ਬਾਬਾ ਇਹ ਬੈਂਤ ਦੁਬਾਰਾ ਸੁਣਾਈ ਦੇ। ਕਿ ਇਹ ਬਾਬਾ, ਇਹ ਜੇ ਤੂੰ ਬੋਲ ਬੋਲੇ ਨੇ ਨਾ, ਮੇਰਾ ਮਨ ਸੁਣ ਕੇ ਬੜਾ ਖੁਸ਼ ਹੋਇਆ। ਬਾਬਾ ਇਹ ਬੈਤ ਦੁਬਾਰਾ ਸੁਣਾਈ ਦੇ, ਮੈਂ ਇਹਨਾਂ ਬੋਲਾਂ ਨੂੰ ਦੁਬਾਰਾ ਸੁਣਨਾ ਚਾਹੁੰਦਾ। ਪਰ ਉੱਥੇ ਕਮਾਲੂਦੀਨ ਨੂੰ ਇਹ ਨਹੀਂ ਪਤਾ ਕਿ ਇਹ ਬਾਣੀ ਹੈ, ਇਹ ਸ਼ਲੋਕ ਹੈ,
ਇਹ ਅਸ਼ਟਪਦੀ ਹੈ, ਇਹ ਦੋਹਰਾ ਹੈ, ਇਹਦੀ ਸ਼ੈਲੀ ਕਿਹੜੀ ਹੈ। ਪਰ ਉਹਨੂੰ ਇੱਕੋ ਇੱਕ ਗੱਲ ਪਤਾ ਲੱਗੀ ਕਿ ਇਹਦੇ ਵਿੱਚ ਇੱਕ ਮਾਲਕ ਖੁਦਾ ਦੀ, ਅੱਲਾਹ ਤਾਲਾ ਦੀ ਗੱਲ ਕੀਤੀ ਗਈ। ਬਾਬਾ ਇਹ ਬੈਂਤ ਦੁਬਾਰਾ ਸੁਣਾਈ ਦੇ ਕਿ ਹੇ ਬਾਬਾ ਮੈਨੂੰ ਇਹ ਵਾਲਾ ਬੈਂਤ, ਇਹ ਵਾਲੀ ਬੋਲੀ ਜੋ ਤੂੰ ਬੋਲੀ ਹੈ ਮੈਨੂੰ ਦੁਬਾਰਾ ਸੁਣਾ ਦੇ, ਮੇਰਾ ਮਨ ਸੁਣਨ ਨੂੰ ਬੜਾ ਉਤਾਵਲਾ ਹੋਇਆ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪ ਨਹੀਂ ਬੋਲੇ ਤੇ ਲਾਗੇ ਬੈਠੇ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਇਹ ਬੈਂਤ ਤੂੰ ਸੁਣਾਈ ਦੇ। ਕਿ ਸਤਿਗੁਰੂ ਜੀ ਦੇ ਬੋਲਾਂ ਵਿੱਚ ਕਿੱਡਾ ਬਲ ਹੋਏਗਾ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਬੋਲਾਂ ਵਿੱਚ ਕਿੱਡੀ ਤਾਕਤ ਹੋਏਗੀ ਕਿ ਇੱਕ ਵਾਰ ਕਹਿਣ ਦੇ ਉੱਤੇ ਭਾਈ ਮਰਦਾਨਾ ਉਸ ਬਾਣੀ ਨੂੰ ਦੁਬਾਰਾ ਗਾਉਣ ਦੇ ਕਾਬਲ ਹੋ ਜਾਂਦਾ ਹੈ। ਭਾਈ ਮਰਦਾਨੇ ਨੇ ਬੜੇ ਪਿਆਰ ਦੇ ਨਾਲ ਫੜੀ ਹੋਏ ਰਬਾਬ ਦੀਆਂ ਤੰਦਾਂ ਨੂੰ ਛੇੜਿਆ ਹੈ ਤੇ ਦੁਬਾਰਾ ਉਹੀ ਸ਼ਬਦ ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਪਹਿਲਾਂ ਸੁਣਾਇਆ ਤੇ ਕਮਾਲੂਦੀਨ ਭੱਜਾ ਹੈ ਸੁਣਨ ਦੇ ਵਾਸਤੇ, ਤੇ ਸੁਣ ਕੇ ਦੂਜੀ ਵਾਰ ਮਨ ਬਾਗੋ ਬਾਗ ਹੋ ਗਿਆ, ਮਨ ਬੜਾ ਖੁਸ਼ ਹੋਇਆ, ਮਨ ਆਨੰਦ ਦੇ ਨਾਲ ਭਰ ਗਿਆ ਤੇ ਇੰਨੀ ਖੁਸ਼ੀ ਹੋਈ ਫੁੱਲਿਆ ਨਹੀਂ ਸਮਾ ਰਿਹਾ। ਔਰ ਨਮਸਕਾਰ ਕਰਕੇ ਆਪਣੇ ਸਿਰ ਦੇ ਉੱਤੇ ਲੱਕੜਾਂ ਦੀ ਜਿਹੜੀ ਭਰੀ ਪਈ ਪੰਡ ਹੈ ਧਰ ਕੇ ਆਪਣੇ ਮੁਰਸ਼ਦ ਦੇ ਵੱਲ, ਸ਼ੇਖ ਇਬਰਾਹਿਮ ਦੇ ਵੱਲ ਨੂੰ ਚੱਲ ਪਿਆ। ਔਰ ਜਾ ਕੇ ਆਪਣੇ ਮੁਰਸ਼ਦ ਨੂੰ ਕਹਿਣ ਲੱਗਾ, ਐ ਮੁਰਸ਼ਦ, ਐ ਮੇਰੇ ਮੁਰਸ਼ਦ ਸ਼ੇਖ ਇਬਰਾਹਿਮ, ਜੰਗਲਾਂ ਦੇ ਵਿੱਚ ਇੱਕ ਰਹਿਬਰ ਆਇਆ ਔਰ ਉਹਦੇ ਪਾਸੋਂ ਜੋ ਮੈਂ ਬੈਂਤ ਸੁਣਿਆ ਨਾ, ਮੇਰੇ ਕੰਨਾਂ ਵਿੱਚ ਇੰਨਾ ਰਸ ਘੁਲ ਗਿਆ, ਮੇਰੇ ਕੰਨਾਂ ਵਿੱਚ ਇੰਨਾ ਆਨੰਦ, ਮੇਰਾ ਮਨ ਖੁਸ਼ੀ ਦੇ ਨਾਲ ਬਾਗੋ ਬਾਗ ਉੱਠਿਆ। ਤੇ ਅੱਗੋਂ ਸ਼ੇਖ ਇਬਰਾਹਿਮ ਕਹਿਣ ਲੱਗਾ, ਐ ਕਮਾਲੂਦੀਨ ਕੀ ਸੁਣਿਆ, ਕੀ ਸੁਣਿਆ ਸੂ? ਜਨਮ ਸਾਖੀ ਦੇ ਬੋਲ ਨੇ, ਕੀ ਸੁਣਿਆ ਸੂ ਮੁਲਤਾਨੀ ਭਾਸ਼ਾ, ਕਿ ਤੂੰ ਸੁਣ ਕੇ ਕੀ ਹੈ, ਮੈਨੂੰ ਵੀ ਦੱਸ, ਮੈਂ ਵੀ ਸੁਣਨਾ ਚਾਹੁੰਦਾ। ਔਰ ਉਹਨੇ ਆਪਣੀ ਜਿਵੇਂ ਉਹਨੂੰ ਸਮਝ ਲੱਗਿਆ, ਜਿਵੇਂ ਉਹਦੀ ਮਤ ਬੁੱਧੀ ਨੇ ਗੁਰੂ ਨਾਨਕ ਦੇ ਪਾਤਸ਼ਾਹ ਸੁਣੇ ਹੋਏ ਬੋਲਾਂ ਨੂੰ ਜਿਵੇਂ ਸਮਝਿਆ ਤੇ ਸੌਖੇ ਢੰਗ ਦੇ ਨਾਲ ਤੇ ਆਪਣੇ ਮੁਰਸ਼ਦ ਨੂੰ ਸੁਣਾ ਕੇ ਕਹਿਣ ਲੱਗਾ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ, ਦੂਜਾ ਕਾਹੇ ਸਿਮਰਿਆ ਜੋ ਜੰਮੇ ਤੇ ਮਰ ਜਾਏ। ਔਰ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਤੁਕ ਨਹੀਂ ਹੈ ਤੇ ਕਈ ਵਾਰ ਨਾਨਕ ਨਾਮ ਆਉਣ ਦੇ ਨਾਲ ਅਸੀਂ ਭੁਲੇਖੇ 'ਚ ਪੈ ਜਾਂਦੇ। ਔਰ ਇਹ ਵਾਲੀ ਪੰਕਤੀ ਔਰ ਉਸ ਕਮਾਲੂਦੀਨ ਨੂੰ ਜਿਵੇਂ ਸਤਿਗੁਰੂ ਜੀ ਦੀ ਕਈ ਬਾਣੀ ਸਮਝ ਆਈ ਤੇ ਆਪਣੇ ਸੌਖੇ ਢੰਗ ਦੇ ਨਾਲ ਆਪਣੇ ਮੁਰਸ਼ਦ ਉਹ ਸ਼ੇਖ ਇਬਰਾਹਿਮ ਨੂੰ ਬੋਲ ਕੇ ਸੁਣਾਈ ਕਿ ਮੇਰੇ ਮੁਰਸ਼ਦ ਕਿ ਆਹ ਕੁਝ ਮੈਨੂੰ ਸਮਝ ਆਇਆ। ਸੁਣਾਉਂਦੇ ਸਾਰ ਉਹ ਬੋਲ ਸੁਣ ਕੇ ਸ਼ੇਖ ਇਬਰਾਹਿਮ ਵੀ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਭਰ ਗਿਆ, ਮਨ ਬਾਗੋ ਬਾਗ ਹੋ ਗਿਆ। ਕਹਿਣ ਲੱਗਾ ਕਮਾਲੂਦੀਨ ਸ਼ਤਾਬਦੀ, ਸ਼ਤਾਬਦੀ ਦਾ ਅਰਥ ਹੈ ਜਲਦੀ ਦੇ ਨਾਲ, ਇਹ ਕਮਾਲੂਦੀਨ ਸ਼ਤਾਬਦੀ ਜਲਦੀ ਕਰ, ਮੈਂ ਵੀ ਇਹੋ ਜਿਹੇ ਮੁਰਸ਼ਦ ਨੂੰ, ਮੈਂ ਇਹੋ ਜਿਹੇ ਰਹਿਬਰ ਨੂੰ ਦੇਖਣਾ ਚਾਹੁੰਦਾ, ਸੁਣਨਾ ਚਾਹੁੰਦਾ, ਜਾ ਕੇ ਮਿਲਣਾ ਚਾਹੁੰਦਾ ਹੈ। ਬੜੀ ਜਲਦੀ ਦੇ ਨਾਲ ਮੁਰੀਦਾਂ ਨੂੰ ਬੁਲਾਇਆ ਗਿਆ ਤੇ ਮੁਰੀਦਾਂ ਨੇ ਸ਼ੇਖ ਇਬਰਾਹਿਮ ਨੂੰ ਪਾਲਕੀ ਵਿੱਚ ਬਿਠਾਇਆ ਤੇ ਪਾਲਕੀ 'ਚ ਬਿਠਾ ਕੇ ਜਿੱਥੇ ਜੰਗਲਾਂ ਵਿੱਚ ਮੰਗਲ ਲਾਏ ਹੋਏ ਭਾਈ ਮਰਦਾਨੇ ਦੇ ਨਾਲ ਗੁਰੂ ਨਾਨਕ ਦੇ ਪਾਤਸ਼ਾਹ ਬਾਣੀ ਬੋਲ ਰਹੇ ਨੇ, ਬਾਣੀ ਗਾ ਰਹੇ ਨੇ, ਉੱਥੇ ਜਾ ਪਹੁੰਚਾ। ਉਹ ਜਾਂਦਿਆਂ ਹੀ ਜਨਮ ਸਾਖੀ ਦੇ ਬੋਲ ਤੇ ਕਹਿਣ ਲੱਗੇ, ਜਾਂਦਿਆਂ ਜਦੋਂ ਪਾਲਕੀ 'ਚ ਉਤਰਿਆ, ਦਸਤ ਬੋਸਾ, ਦਸਤ ਦਾ ਅਰਥ ਹੁੰਦਾ ਹੈ ਹੱਥ, ਬੋਸਾ ਦਾ ਹੁੰਦਾ ਹੈ ਚੁੰਮਣਾ। ਕਈ ਵਾਰ ਗੁਰਬਾਣੀ ਵਿੱਚ ਵੀ ਸ਼ਬਦ ਆਉਂਦਾ ਦਸਤਗੀਰ, ਦਸਤ ਦਾ ਅਰਥ ਹੁੰਦਾ ਹੈ ਹੱਥ, ਗੀਰ ਦਾ ਹੁੰਦਾ ਹੈ ਫੜਨਾ, ਹੱਥ ਫੜਨ ਵਾਲਾ। ਔਰ ਜਾਂਦੇ ਕਹਿਣ ਲੱਗੇ ਸ਼ੇਖ ਇਬਰਾਹਿਮ ਨੇ ਦਸਤ ਬੋਸਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਹੱਥਾਂ ਨੂੰ ਬੜੇ ਪਿਆਰ ਨਾਲ ਚੁੰਮ ਲਿਆ ਤੇ ਲਾਗੇ ਬੈਠ ਗਿਆ। ਐ ਬਾਬਾ, ਐ ਰਹਿਬਰ, ਤੇਰੇ ਮੁਖ ਤੋਂ ਚਾਰੇ ਬੋਲਾਂ ਨੂੰ ਕਹਿਣ ਲੱਗੇ ਮੇਰੇ ਇਸ ਨੌਕਰ ਕਮਾਲੂਦੀਨ ਨੇ ਸੁਣਾਇਆ ਤੇ ਮੇਰੇ ਕੰਨਾਂ ਵਿੱਚ ਅੰਮ੍ਰਿਤ ਘੁਲ ਗਿਆ, ਮੇਰਾ ਮਨ ਬਾਗੋ ਬਾਗ ਹੋ ਗਿਆ। ਪਰ ਮੇਰੇ ਮਨ ਦੇ ਕੁਝ ਸ਼ੰਕੇ ਨੇ, ਮੇਰੇ ਮਨ ਦੇ ਕੁਝ ਸਵਾਲ ਨੇ। ਔਰ ਉਹ ਸਵਾਲ ਕਿਹੜਾ ਹੈ? ਕਿਉਂਕਿ ਜਿੱਥੇ ਸ਼ੇਖ ਇਬਰਾਹਿਮ ਰਹਿੰਦਾ ਹੈ ਉੱਥੇ ਸ਼ਹੀਦ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਪਰਿਵਾਰ ਔਰ ਹਿੰਦੂ ਪਰਿਵਾਰ ਵੀ ਰਹਿੰਦੇ ਨੇ। ਕਹਿਣ ਲੱਗਿਆ ਰਹਿਬਰ, ਮੇਰੇ ਮਨ ਦਾ ਇਹ ਸ਼ੰਕਾ ਹੈ ਕਿ ਮਾਲਕ ਨੂੰ ਕਿਵੇਂ ਪਾਇਆ ਜਾਏ। ਮਾਲਕ ਨੂੰ ਪਾਉਣ ਦਾ ਕੋਈ ਢੰਗ ਕੋਈ ਦੱਸ ਰਿਹਾ, ਕੋਈ ਢੰਗ ਦੱਸ ਰਿਹਾ, ਪਰ ਤੁਸੀਂ ਦੱਸੋ ਕਿਵੇਂ ਮਾਲਕ ਨੂੰ ਪਾਇਆ ਜਾਏ। ਔਰ ਉਹਨੇ ਆਪਣੇ ਬੋਲਾਂ ਦੇ ਵਿੱਚ ਜਿਵੇਂ ਜਨਮ ਸਾਖੀ ਦੇ ਬੋਲ ਨੇ, ਏਕੋ ਸਾਹਿਬ ਦੋਏ ਹੱਦ, ਕਿ ਮਾਲਕ ਤਾਂ ਇੱਕ ਹੈ, ਅਕਾਲ ਪੁਰਖ ਪਰਮਾਤਮਾ ਇੱਕ ਹੈ, ਦੋਏ ਹੱਦ, ਹੱਦ ਦਾ ਅਰਥ ਹੁੰਦਾ ਹਦਾਇਤਾਂ,
ਪਰ ਮਾਲਕ ਨੂੰ ਪਾਉਣ ਦੀਆਂ ਹਿਦਾਇਤਾਂ ਤਾਂ ਦੋ ਨੇ। ਕੋਈ ਕਹਿ ਰਿਹਾ ਇਵੇਂ ਮਾਲਕ ਨੂੰ ਪਾਇਆ ਜਾ ਸਕਦਾ, ਕੋਈ ਕਹਿੰਦਾ ਇਵੇਂ ਮਾਲਕ ਨੂੰ ਪਾਇਆ ਜਾ ਸਕਦਾ। ਪਰ ਪਾਤਸ਼ਾਹ ਇਹ ਰਹਿਬਰ ਮੇਰੇ ਤੇ ਕਿਰਪਾ ਕਰੋ, ਮੈਨੂੰ ਦੱਸੋ ਮਾਲਕ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਏਕੋ ਸਾਹਿਬ ਦੋਏ ਹੱਦ, ਕਾਕੂ ਸੇਵੀ ਕਾਕੂ ਰੱਦ। ਉਹ ਕਿਹੜੀ ਹਿਦਾਇਤ ਨੂੰ ਫੜ ਕੇ ਮਾਲਕ ਨੂੰ ਸੇਵਾ ਤੇ ਕਿਹੜੀ ਹਿਦਾਇਤ ਨੂੰ ਰੱਦ ਕਰਦਾ, ਕਿਹੜੀ ਹਿਦਾਇਤ ਦੇ ਨਾਲ ਮੈਨੂੰ ਮਾਲਕ ਮਿਲੇਗਾ। ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉਹਦੇ ਅੰਦਰ ਮਾਲਕ ਨੂੰ ਪਾਉਣ ਦੀ ਚਾਹਨਾ ਦੇਖ ਕੇ ਖੁਸ਼ ਹੋਏ, ਪ੍ਰਸੰਨ ਹੋਏ। ਐ ਸ਼ੇਖ ਇਬਰਾਹਿਮ, ਜੇਕਰ ਤੇਰੇ ਮਨ ਦੇ ਅੰਦਰ ਮਾਲਕ ਨੂੰ ਪਾਉਣ ਦੀ ਚਾਹਨਾ ਹੈ ਤੇ ਮਾਲਕ ਨੂੰ ਪਾਉਣ ਦਾ ਇੱਕੋ ਇੱਕ ਢੰਗ ਹੈ। ਉਹ ਕਿਹੜਾ ਹੈ? ਏਕੋ ਸੇਵੀ ਏਕੋ ਹੱਦ। ਇੱਕੋ ਹੀ ਮਾਲਕ ਹੈ ਤੇ ਮਾਲਕ ਨੂੰ ਪਾਉਣ ਦੀ ਹੱਦ ਭਾਵ ਹਦਾਇਤ ਇੱਕੋ। ਉਹ ਕਿਹੜੀ ਹੈ? ਉਹ ਹੈ ਪ੍ਰੇਮ, ਉਹ ਹੈ ਪਿਆਰ, ਉਹ ਹੈ ਸਨੇਹ। ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਸ਼ੇਖ ਇਬਰਾਹਿਮ ਇੱਕੋ ਹੀ ਮਾਲਕ ਹੈ ਤੇ ਇੱਕੋ ਮਾਲਕ ਨੂੰ ਪਾਉਣ ਦੀ ਹਿਦਾਇਤ ਕਿਹੜੀ ਹੈ? ਉਹ ਹੈ ਪ੍ਰੇਮ। ਤੇ ਨਾਲੇ ਕਹਿੰਦੇ ਇੱਕੋ ਸੇਵੀ ਦੂਜਾ ਰੱਦ। ਮਾਲਕ ਇੱਕੋ ਹੀ ਨੂੰ ਕੇਵਲ ਸੇਵਣਾ ਚਾਹੀਦਾ ਹੈ, ਔਰ ਕਹਿਣ ਲੱਗੇ ਦੂਜੇ ਨੂੰ ਰੱਦ ਕਰ ਦੇਣਾ ਚਾਹੀਦਾ। ਜਿਹੜਾ ਕਹਿੰਦਾ ਪ੍ਰੇਮ ਤੋਂ ਬਿਨਾਂ, ਸਨੇਹ ਤੋਂ ਬਿਨਾਂ, ਪਿਆਰ ਤੋਂ ਬਿਨਾਂ ਅੱਜ ਦੂਜੇ ਰਾਹ ਤੇ ਜਾ ਕੇ ਮਾਲਕ ਨੂੰ ਪਾਇਆ ਜਾ ਸਕਦਾ ਹੈ। ਔਰ ਇਵੇਂ ਸਵਾਲ ਜਵਾਬ ਹੋਏ। ਸ਼ੇਖ ਇਬਰਾਹਿਮ ਦੇ ਮਨ ਦੀ ਤਸੱਲੀ ਹੋ ਗਈ, ਮਨ ਦਾ ਸ਼ੰਕਾ ਦੂਰ ਹੋ ਗਿਆ, ਮਨ ਦੀ ਦੁਬਿਧਾ ਦੂਰ ਹੋ ਗਈ ਕਿ ਇਸ ਢੰਗ ਦੇ ਨਾਲ ਜਿਵੇਂ ਮੈਨੂੰ ਇਸ ਰਹਿਬਰ ਨੇ ਦੱਸਿਆ, ਮਾਲਕ ਨੂੰ ਇਸ ਢੰਗ ਦੇ ਨਾਲ ਪ੍ਰੇਮ ਦੇ ਵਿੱਚ ਭਿੱਜ ਕੇ ਮਾਲਕ ਨੂੰ ਪਾਇਆ ਜਾ ਸਕਦਾ। ਉਸ ਜਨਮ ਸਾਖੀ ਦੇ ਅੰਦਰ ਸ਼ੇਖ ਇਬਰਾਹਿਮ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਬੜੇ ਸਵਾਲ ਜਵਾਬ ਹੋਏ ਨੇ, ਪਰ ਆਪਾਂ ਥੋੜੇ ਵਿਚਾਰ ਕਰਕੇ ਜਿਹੜੀ ਸਮਾਪਤੀ ਕਰ ਦੇਣੀ। ਔਰ ਅੱਗੇ ਕਹਿਣ ਲੱਗਾ ਰਹਿਬਰ, ਅਗਲਾ ਅੰਤਲਾ ਸਵਾਲ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਕਰ ਰਿਹਾ ਹੈ। ਉਹ ਜਿਹੜੇ ਸਵਾਲ ਦੀ ਵਿਚਾਰ ਆਪਾਂ ਹੁਣ ਕਰਨੀ ਹੈ ਨਾ, ਸ਼ਾਇਦ ਦੁਨੀਆ ਦਾ ਕੋਈ ਵਿਦਵਾਨ ਹੈ, ਕੋਈ ਸਕਾਲਰ ਹੈ, ਕੋਈ ਬੜਾ ਵੱਡਾ ਪ੍ਰਚਾਰਕ ਹੈ, ਪਰ ਜਿਸ ਪੰਕਤੀ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਸ ਇਬਰਾਹਿਮ ਦੇ ਸਵਾਲ ਦਾ ਹੱਲ ਕੱਢਿਆ ਜਾਂ ਉੱਤਰ ਦਿੱਤਾ ਹੈ, ਤੇ ਸ਼ਾਇਦ ਕੋਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਪੰਕਤੀ ਤੋਂ ਬਿਨਾਂ ਉਸ ਇਬਰਾਹਿਮ ਦੇ ਸਵਾਲ ਦਾ ਜਵਾਬ ਦੇ ਸਕੇ। ਐ ਰਹਿਬਰ, ਸਾਡੇ ਦੀਨ ਇਸਲਾਮ ਦੇ ਵਿੱਚ ਜਦ ਜੀਵ ਨੂੰ ਹਲਾਲ ਕੀਤਾ ਜਾਂਦਾ ਹੈ, ਇਸਲਾਮ ਧਰਮ ਮੁਸਲਮਾਨ, ਜਦੋਂ ਕਿਸੇ ਜੀਵ ਨੂੰ ਹਲਾਲ ਕੀਤਾ ਜਾਂਦਾ, ਜਦੋਂ ਨਾਲ ਕਲਮਾ ਪੜ੍ਹਿਆ ਜਾਵੇ ਤੇ ਉਹ ਜੀਵ ਜਿਹੜਾ ਹੈ ਉਹ ਹਲਾਲ ਹੋ ਜਾਂਦਾ ਹੈ, ਭਾਵ ਖਾਣ ਦੇ ਲਾਇਕ ਹੋ ਜਾਂਦਾ ਹੈ। ਔਰ ਜੇਕਰ ਨਾਲ ਕਲਮਾ ਨਾ ਪੜ੍ਹਿਆ ਜਾਏ ਤੇ ਉਹ ਕੀਤਾ ਹੋਇਆ ਹਲਾਲ ਨਹੀਂ, ਹਰਾਮ ਹੋ ਜਾਂਦਾ। ਉਸ ਰਹਿਬਰ ਨੂੰ ਕਹਿ ਰਹੇ ਗੁਰੂ ਨਾਨਕ ਦੇਵ ਪਾਤਸ਼ਾਹ, ਧਿਆਨ ਇਕਾਗਰ ਕਰਿਓ ਕਿ ਰਹਿਬਰ, ਸਾਡੇ ਦੀਨ ਇਸਲਾਮ ਦੇ ਵਿੱਚ ਕਿਸੇ ਜੀਵ ਦਾ ਮਾਸ ਖਾਣ ਦੇ ਲਈ ਉਹਨੂੰ ਜਦੋਂ ਹਲਾਲ ਕੀਤਾ ਜਾਏ ਤੇ ਜੇਕਰ ਨਾਲ ਕਲਮਾ ਪੜ੍ਹਿਆ ਜਾਵੇ ਤੇ ਉਹ ਕੀਤਾ ਹੋਇਆ ਹਲਾਲ ਹੈ, ਜੇਕਰ ਕਲਮਾ ਨਾ ਪੜ੍ਹਿਆ ਜਾਵੇ ਤਾਂ ਕੀਤਾ ਹੋਇਆ ਹਲਾਲ ਨਹੀਂ ਤੇ ਹਰਾਮ ਹੋ ਜਾਂਦਾ। ਪਰ ਰਹਿਬਰ, ਕਲਮਾ ਪੜ੍ਹਿਆ ਜਾਵੇ ਜਾਂ ਨਾ ਪੜ੍ਹਿਆ ਜਾਵੇ, ਪਰ ਉਸ ਜੀਵ ਦੀ ਮੌਤ ਤਾਂ ਜ਼ਰੂਰ ਨਿਸ਼ਚੈ, ਚਾਹੇ ਕਲਮਾ ਪੜ੍ਹਿਆ ਜਾਵੇ ਜਾਂ ਨਾ ਪੜ੍ਹਿਆ ਜਾਵੇ, ਹਰਾਮ ਹੈ ਹਲਾਲ ਕੋਈ ਫਰਕ ਨਹੀਂ ਪੈਂਦਾ। ਪਰ ਕਹਿਣ ਲੱਗੇ ਉਸ ਜੀਵ ਦੀ ਮੌਤ ਤਾਂ ਹੋ ਜਾਂਦੀ ਹੈ ਨਾ। ਪਰ ਇਹ ਰਹਿਬਰ, ਮੇਰੇ ਮਨ ਦਾ ਇਹ ਸਵਾਲ ਹੈ ਕਿ ਬੰਦੇ ਨੂੰ ਕੋਈ ਕਤਲ ਕਰ ਦੇਵੇ, ਬੰਦੇ ਨੂੰ ਚਾਹੇ ਕਲਮਾ ਪੜ੍ਹ ਕੇ ਕਤਲ ਕੀਤਾ ਜਾਏ ਜਾਂ ਕਲਮਾ ਤੋਂ ਬਿਨਾਂ ਹੀ ਉਹਨੂੰ ਹਲਾਲ ਕੀਤਾ ਜਾਏ, ਔਰ ਉਹਦਾ ਕੀਤਾ ਹੋਇਆ ਕਤਲ ਕਦੇ ਵੀ ਹਲਾਲ ਨਹੀਂ ਹੋ ਸਕਦਾ, ਹਮੇਸ਼ਾ ਹਰਾਮ ਹੀ ਹੈ। ਧਿਆਨ ਦਿਓ ਜਰਾ ਕਿ ਇਹ ਰਹਿਬਰ, ਕਿਸੇ ਬੰਦੇ ਦਾ ਕਤਲ ਕੀਤਾ ਜਾਏ ਔਰ ਕਤਲ ਕਰਦਿਆਂ ਨਾਲ ਜੇਕਰ ਕਲਮਾ ਪੜ੍ਹਿਆ ਜਾਏ ਫਿਰ ਵੀ ਹਰਾਮ ਹੈ, ਵੈਸੇ ਤਾਂ ਹੈ ਹੀ ਹਰਾਮ। ਪਰ ਮੇਰੇ ਮਨ ਦਾ ਇਹ ਸਵਾਲ ਹੈ ਕਿ ਇਹ ਰਹਿਬਰ, ਕੋਈ ਇਹੋ ਜਿਹੀ ਸ਼ਮਸ਼ੀਰ ਨਹੀਂ ਹੈ ਕਿ ਜੇ ਸ਼ਮਸ਼ੀਰ ਦੇ ਨਾਲ ਇਸ ਬੰਦੇ ਨੂੰ ਕਤਲ ਕੀਤਾ ਜਾਏ ਔਰ ਉਹਦੇ ਵਿੱਚੋਂ ਖੂਨ ਵੀ ਨਿਕਲੇ ਤੇ ਕੀਤਾ ਹੋਇਆ ਕਤਲ ਵੀ ਕਹਿਣ ਲੱਗੇ ਹਰਾਮ ਨਾ ਹੋਵੇ ਤੇ ਹਲਾਲ ਹੋਵੇ। ਪਾਤਸ਼ਾਹ ਜੀ ਕਹਿਣ ਲੱਗੇ ਹੈ ਉਹ ਕਿਹੜਾ ਢੰਗ ਹੈ ਜਿਹਦੇ ਨਾਲ ਬੰਦੇ ਦਾ ਕਤਲ ਵੀ ਹੋ ਜਾਏ ਔਰ ਬੰਦਾ ਵੀ ਬਚ ਜਾਏ, ਅੰਦਰੋਂ ਖੂਨ ਵੀ ਨਿਕਲ ਜਾਏ ਔਰ ਕੀਤਾ ਹੋਇਆ ਕਤਲ ਵੀ ਹਲਾਲ ਹੋ ਕੇ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਏ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਰਾਮਕਲੀ ਰਾਗ ਦਾ ਪਾਵਨ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 956 ਦੇ ਉੱਤੇ ਸਮਾਂ ਲੱਗੇ ਤੇ ਵਿਚਾਰ ਆਪ ਪੜ੍ਹ ਕੇ ਵੀ ਦੇਖ ਲਓ। ਐ ਸ਼ੇਖ ਇਬਰਾਹਿਮ, ਜੇਕਰ ਤੂੰ ਚਾਹੁੰਦਾ ਹੈ ਤੇ ਧਿਆਨ ਦੇ ਨਾਲ ਸੁਣ
ਤੇ ਪਾਤਸ਼ਾਹ ਜੀ ਨੇ ਕੀ ਕਿਹਾ ਹੈ, ਸੱਚ ਕੀ ਕਾਤੀ ਸੱਚ ਸਭ ਸਾਰ। ਕਿ ਜਦੋਂ ਕੋਈ ਹਥਿਆਰ ਤਿਆਰ ਹੁੰਦਾ ਹੈ, ਕੋਈ ਸ਼ਸਤਰ ਤਿਆਰ ਕਰਦਾ ਹੈ, ਉਹ ਸ਼ਸਤਰ ਤਿਆਰ ਕਰਨ ਵਾਲਾ ਚੰਗੀ ਕਿਸਮ ਦਾ ਲੋਹਾ ਲਿਆ ਕੇ ਚੰਗੀ ਤਰ੍ਹਾਂ ਦੇ ਨਾਲ ਉਹਦੀ ਸ਼ਕਲ ਬਣਾਉਂਦਾ ਹੈ, ਤਿਆਰ ਕਰਦਾ, ਉਹਦੀ ਚੰਗੀ ਤਰ੍ਹਾਂ ਘਾੜਤ ਬਣਾਉਂਦਾ ਹੈ, ਚੰਗੀ ਤਰ੍ਹਾਂ ਡੈਕੋਰੇਟ ਕਰਦਾ ਹੈ, ਫਿਰ ਚੰਗੀ ਤਰ੍ਹਾਂ ਨਾਲ ਸਜਾ ਕੇ ਬਣਾ ਕੇ ਉਹਨੂੰ ਪਾਣ ਚਾੜੀ ਜਾਂਦੀ, ਉਹਦੀ ਧਾਰ ਲਾਈ ਜਾਂਦੀ, ਧਾਰ ਲਾ ਕੇ ਉਹਨੂੰ ਮਿਆਨ ਵਿੱਚ ਪਾਇਆ ਜਾਂਦਾ। ਔਰ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗਿਆ, ਸ਼ੇਖ ਇਬਰਾਹਿਮ ਜੇਕਰ ਚਾਹੁੰਦਾ ਤੇ ਧਿਆਨ ਦੇ ਨਾਲ ਮੇਰੀ ਗੱਲ ਨੂੰ ਸੁਣ। ਪਾਤਸ਼ਾਹ ਕਹਿਣ ਲੱਗੇ, ਸੱਚ ਕੀ ਕਾਤੀ ਸੱਚ ਸਭ ਸਾਰ। ਕਾਤੀ ਕਿਹਾ ਜਾਂਦਾ ਹੈ ਕੈਂਚੀ ਨੂੰ, ਔਰ ਕਾਤੀ ਖੰਜਰ ਨੂੰ ਵੀ ਕਿਹਾ ਜਾਂਦਾ ਹੈ। ਗੁਰਬਾਣੀ ਦੇ ਅੰਦਰ ਕਈ ਥਾਵਾਂ ਤੇ ਸ਼ਬਦ ਆਇਆ ਹੈ, ਪਰ ਕਾਤੀ ਦਾ ਜਿਹੜਾ ਅਰਥ ਹੈ, ਕਈ ਥਾਵਾਂ ਉੱਤੇ ਕੈਂਚੀ, ਕਈ ਥਾਵਾਂ ਦੇ ਉੱਤੇ ਔਰ ਖੰਜਰ ਆਇਆ। ਜਿਵੇਂ ਪਾਵਨ ਸ਼ਬਦ ਪੜ੍ਹਦੇ ਹਾਂ, ਜੈਸੇ ਕਾਤੀ 30 32 ਹੈ, ਵਿੱਚ ਰਾਖੈ ਰਸਨਾ ਮਾਸ ਰਤ ਕੇਰੀ। ਉੱਥੇ ਕੀ ਅਰਥ ਹੈ? ਉੱਥੇ ਅਰਥ ਹੈ ਕੈਂਚੀ। ਔਰ ਹੋਰ ਕਈ ਸ਼ਬਦ ਜਿਵੇਂ ਸਾਹਿਬ ਜੀ ਦੇ ਪਾਵਨ ਬੋਲ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੈ ਧੂੜ। ਜਾਂ ਹੋਰ ਕਈ ਸ਼ਬਦ ਨੇ, ਫਰੀਦਾ ਕੰਨ ਮੁਸੱਲਾ ਸੀ ਸੂਫ ਗਲ, ਦਿਲ ਕਾਤੀ ਕੁੜਵਾਤ ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਇਹਨਾਂ ਸਾਰਿਆਂ ਦਾ ਅਰਥ ਤੇ ਕਾਤੀ ਦਾ ਅਰਥ ਹੈ ਕੈਂਚੀ। ਔਰ ਕੱਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡਰਿਆ। ਇੱਥੇ ਕਾਤੀ ਦਾ ਅਰਥ ਹੈ ਖੰਜਰ ਜਾਂ ਕਿਰਪਾਨ ਜਾਂ ਸ਼ਮਸ਼ੀਰ। ਇਹ ਇਬਰਾਹਿਮ ਜੇਕਰ ਸੁਣਨਾ ਚਾਹੁੰਦਾ ਤੇ ਧਿਆਨ ਦੇ ਨਾਲ ਆਹ ਗੱਲ ਸੁਣ। ਪਾਤਸ਼ਾਹ ਜੀ ਕਹਿਣ ਲੱਗੇ, ਸੱਚ ਕੀ ਕਾਤੀ ਸੱਚ ਸਭ ਸਾਰ। ਸਾਰ ਦਾ ਅਰਥ ਹੁੰਦਾ ਹੈ ਲੋਹਾ। ਅਸੰਖ ਸੂਰ ਮੋਹ ਭਖ ਸਾਰ। ਬੇਅੰਤ ਸੂਰਮੇ ਆਪਣੇ ਸਿਰ ਦੇ ਉੱਤੇ ਸ਼ਸਤਰਾਂ ਦੇ ਲੋਹਾਂ ਦੇ ਵਾਰ ਸਹਿਣ ਵਾਲੇ ਸੰਸਾਰ ਦੇ ਉੱਤੇ ਨੇ। ਸਾਰ ਦਾ ਅਰਥ ਹੁੰਦਾ ਲੋਹਾ। ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਸ਼ੇਖ ਇਬਰਾਹਿਮ ਸੱਚ ਕੀ ਕਾਤੀ, ਸੱਚ ਦੀ ਜਿਹੜੀ ਕਾਤੀ ਹੋਵੇ, ਖੰਜਰ ਹੋਵੇ, ਕਿਰਪਾਨ ਹੋਵੇ। ਨਾਲ ਸਾਹਿਬ ਜੀ ਕਹਿਣ ਲੱਗੇ ਲੋਹਾ ਵੀ ਸੱਚ ਦਾ ਹੋਵੇ, ਔਰ ਨਾਲ ਹੀ ਕਹਿਣ ਲੱਗੇ ਘਾੜਤ ਤਿਸਕੀ ਅਪਰਿ ਅਪਾਰ। ਔਰ ਉਹਦੀ ਘਾੜਤ ਬੜੀ ਸੋਹਣੀ ਹੋਵੇ, ਸ਼ਬਦ ਦੇ ਨਾਲ ਉਹਨੂੰ ਘੜਿਆ ਜਾਵੇ। ਘੜੀਐ ਸ਼ਬਦ ਸੱਚੀ ਟਕਸਾਲ। ਸ਼ਬਦ ਦੇ ਨਾਲ ਉਸ ਕਿਰਪਾਨ ਨੂੰ ਘੜਿਆ ਜਾਏ, ਤਿਆਰ ਕੀਤਾ ਜਾਏ। ਤੇ ਨਾਲ ਪਾਤਸ਼ਾਹ ਜੀ ਕਹਿਣ ਲੱਗੇ, ਸ਼ਬਦ ਦੇ ਸਾਣ ਰਖਾਈ ਲਾਏ। ਜਿਵੇਂ ਹਥਿਆਰ ਬਣਾਉਣ ਵਾਲਾ ਕਾਰੀਗਰ ਉਹਨੂੰ ਰੰਗ ਰੂਪ ਦੇ ਕੇ, ਉਹਨੂੰ ਡੈਕੋਰੇਟ ਕਰਕੇ, ਪੋਲਿਸ਼ਾਦ ਕਰਕੇ, ਚੰਗੀ ਤਰ੍ਹਾਂ ਦੇ ਨਾਲ ਉਹਦੀ ਤਿੱਖੀ ਧਾਰ ਬਣਾ ਕੇ ਕੰਮ ਆਉਣ ਦੇ ਯੋਗ ਬਣਾ ਦਿੰਦਾ। ਸ਼ਬਦ ਦੇ ਸਾਣ ਰਖਾਈ ਲਾਏ, ਗੁਣ ਕੀ ਠੇਕੈ ਵਿੱਚ ਸਮਾਏ। ਇਹ ਠੇਕਾ ਮੁਲਤਾਨੀ ਭਾਸ਼ਾ ਦਾ ਸ਼ਬਦ, ਠੇਕਾ ਦਾ ਅਰਥ ਹੁੰਦਾ ਮਿਆਨ। ਸਾਹਿਬ ਜੀ ਕਹਿਣ ਲੱਗੇ, ਇਸੇ ਤਰ੍ਹਾਂ ਦੇ ਨਾਲ ਸ਼ੇਖ ਇਬਰਾਹਿਮ ਇਹ ਤਿਆਰ ਹੋਈ ਸ਼ਮਸ਼ੀਰ, ਤਿਆਰ ਹੋਈ ਕਿਰਪਾਨ ਨੂੰ ਮਾਲਕ ਦੇ ਸ਼ੁਭ ਗੁਣਾ ਰੂਪੀ ਠੇਕਾ ਜਾਂ ਠੇਕੇ ਮਿਆਨ ਦੇ ਚ ਲੁਕੋ ਕੇ ਦਿਖਾਵਾ ਨਾ ਕਰ। ਔਰ ਕਈ ਵਾਰ ਮੇਰੇ ਵਰਗਾ ਦਿਖਾਵਾ ਜ਼ਿਆਦਾ ਕਰਦਾ, ਪਰ ਅੰਦਰ ਹੁੰਦਾ ਕੁਝ ਨਹੀਂ ਹੈ। ਸਾਹਿਬ ਜੀ ਕਹਿਣ ਲੱਗੇ, ਦੂਜਿਆਂ ਨੂੰ ਸਮਝਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਦੂਜਿਆਂ ਨੂੰ ਦੱਸਣ ਤੋਂ ਪਹਿਲਾਂ ਤੇਰੇ ਅੰਦਰ ਤੂੰ ਉਸ ਗੱਲ ਨੂੰ ਮੰਨਿਆ ਜਾਂ ਨਹੀਂ ਮੰਨਿਆ। ਉਹ ਸਤਿਗੁਰਾਂ ਨੇ ਜੋ ਵੀ ਸਾਨੂੰ ਦੱਸਿਆ ਹੈ ਨਾ, ਉਹ ਪਹਿਲਾਂ ਉਹਨਾਂ ਨੇ ਆਪਣੇ ਜੀਵਨ 'ਚ ਕਰਕੇ ਦੇਖਿਆ ਤੇ ਸਾਨੂੰ ਦੱਸਿਆ। ਤਾਂ ਹੀ ਸਾਹਿਬ ਜੀ ਨੇ ਕਿਹਾ, ਪ੍ਰਥਮ ਹੈ ਮਨ ਪ੍ਰਬੋਧੈ ਆਪਣਾ, ਪਾਸ਼ੈ ਅਵਰ ਰਿਝਾਵੈ। ਪਹਿਲਾਂ ਇਸ ਗੱਲ ਨੂੰ ਆਪਣੇ ਮਨ ਤੇ ਲਾਗੂ ਕਰ, ਪਹਿਲਾਂ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਲੈ ਕੇ ਆ ਤੇ ਦੂਜਿਆਂ ਨੂੰ ਬਾਅਦ ਵਿੱਚ ਦੱਸ। ਤੇ ਇੱਥੋਂ ਤੱਕ ਸਾਹਿਬ ਜੀ ਨੇ ਕਹਿ ਦਿੱਤਾ ਹੈ, ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਔਰ ਸਾਹਿਬ ਜੀ ਕਹਿਣ ਲੱਗੇ, ਦੂਜਿਆਂ ਨੂੰ ਉਪਦੇਸ਼ ਤਾਂ ਦਿੰਦਾ ਹੈ, ਪਰ ਆਪ ਖੁਦ ਮੰਨਦਾ ਨਹੀਂ ਹੈ, ਤੇ ਵਾਰ-ਵਾਰ ਉਹਦਾ ਜੰਮਣਾ ਤੇ ਵਾਰ-ਵਾਰ ਮਰਨਾ ਜਿਹੜਾ ਹੈ ਬਣਿਆ ਰਹਿੰਦਾ ਹੈ। ਸਾਹਿਬ ਜੀ ਕਹਿਣ ਲੱਗੇ, ਗੁਣ ਕੀ ਠੇਕੈ ਵਿੱਚ ਸਮਾਏ। ਇਸ ਤਿਆਰ ਹੋਈ ਸ਼ਮਸ਼ੀਰ ਨੂੰ, ਤਿਆਰ ਹੋਏ ਖੰਜਰ ਨੂੰ ਸਾਹਿਬ ਜੀ ਕਹਿਣ ਲੱਗੇ, ਮਾਲਕ ਦੇ ਸ਼ੁਭ ਗੁਣਾ ਰੂਪੀ ਮਿਆਨ ਦੇ ਵਿੱਚ ਲੁਕਾ ਕੇ ਰੱਖ, ਦਿਖਾਵਾ ਨਾ ਕਰ। ਉਹ ਇੱਥੇ ਇੱਕ ਮੈਂ ਮਹਾਤਮਾ ਬੁੱਧ ਦੀ ਸਾਖੀਆਂ ਵਿੱਚੋਂ ਸਾਖੀ ਨਾਲ ਸਾਂਝ ਪਾਵਾਂ, ਦਿਖਾਵੇ ਦੀ ਗੱਲ। ਉਹਨਾਂ ਸਾਖੀਆਂ ਵਿੱਚ ਜ਼ਿਕਰ ਆਉਂਦਾ ਹੈ, ਇੱਕ ਅਮਰਪਾਲੀ ਨ੍ਰਿਤਕਾ ਹੈ, ਨਾਚੀ ਹੈ, ਵਿਸ਼ਾਲੀ ਨਗਰ ਦੇ ਰਹਿਣ ਵਾਲੀ ਹੈ। ਔਰ ਉਹਦਾ ਕੰਮ ਰਾਜੇ ਦੇ ਦਰਬਾਰ ਵਿੱਚ ਨਾਚ ਕਰਨਾ ਹੈ, ਨ੍ਰਿਤ ਕਰਨਾ ਹੈ। ਉਹ ਇਸੇ ਤਰ੍ਹਾਂ ਦੇ ਨਾਲ ਰੋਜ਼ਾਨਾ ਰਾਜੇ ਦਰਬਾਰ ਵਿੱਚ ਨਾਚ ਕਰਦੀ ਹੈ, ਆਪਣੇ ਘਰ ਨੂੰ ਆ ਜਾਂਦੀ। ਉਹ ਜਦੋਂ ਘਰ ਨੂੰ ਆਉਂਦੀ ਤੇ ਰਾਹ ਦੇ ਵਿੱਚ ਉਹਨੂੰ ਇੱਕ ਪੰਡਿਤ ਮਿਲਦਾ ਹੈ।
ਤੇ ਪੰਡਿਤ ਰੋਜ਼ਾਦੇ ਉਹਦੇ ਉੱਤੇ ਟਿੱਪਣੀ ਕਰਦਾ ਹੈ, ਕਿਵੇਂ ਹੈ ਤੂੰ ਕਿੱਧਰੋਂ ਆਈ ਹੈ। ਉਹ ਰੋਜ਼ਾਨਾ ਅੱਜ ਵੀ ਦੇਖਦੀ, ਕੱਲ੍ਹ ਵੀ ਦੇਖਦੀ। ਉਸੇ ਤਰ੍ਹਾਂ ਦੇ ਨਾਲ ਅਣਸੁਣਿਆ ਕਰਕੇ ਉਹ ਜਿਹੜੀ ਅਮਰਪਾਲੀ ਨ੍ਰਿਤਕਾ ਹੈ ਆਪਣੇ ਘਰੇ ਚਲੀ ਜਾਂਦੀ। ਅੱਜ ਕਹਿ 2 ਕਹਿ 3 ਦਿਨ ਹੋ ਗਏ। ਚੌਥੇ ਦਿਨ ਫਿਰ ਪੰਡਿਤ ਕਹਿਣ ਲੱਗਾ, ਕਿਵੇਂ ਹੈ ਤੂੰ ਕਿੱਧਰੋਂ ਆਈ। ਬੜੇ ਸਤਿਕਾਰ ਨਾਲ ਕਹਿਣ ਲੱਗੀ, ਪੰਡਿਤ ਜੀ ਇਹ ਮੇਰਾ ਸ਼ਿੰਗਾਰ, ਮੇਰੇ ਪੈਰਾਂ 'ਚ ਪਾਈਆਂ ਹੋਈਆਂ ਪੰਜੇਬਾਂ ਔਰ ਮੇਰਾ ਸਰੂਪ, ਮੇਰੇ ਵਸਤਰ, ਇਹ ਸਾਰਾ ਕੁਝ ਦਿਖਦਾ ਹੈ ਕਿ ਮੈਂ ਨੱਚਣ ਵਾਲੀ ਨ੍ਰਿਤਕਾਂ ਤੇ ਨੱਚ ਕੇ ਆਈ, ਪਰ ਅਫਸੋਸ ਤੇਰੇ ਤੇ ਹੈ, ਜਿਹੋ ਜਿਹਾ ਤੂੰ ਬਾਹਰੋਂ ਦਿਸ ਰਿਹਾ ਉਹ ਜਿਹਾ ਤੂੰ ਹੈ ਨਹੀਂ। ਇਹ ਤੇਰੇ ਮੱਥੇ ਦਾ ਤਿਲਕ, ਇਹ ਤੇਰਾ ਜਨੇਊ, ਤੇਰੀ ਲਾਈ ਹੋਈ ਧੋਤੀ ਔਰ ਤੇਰੇ ਬਾਹਰ ਦੇ ਜੋ ਨਿਸ਼ਾਨ ਦਿਸ ਰਹੇ ਨੇ, ਅੰਦਰੋਂ ਤੂੰ ਹੈ ਨਹੀਂ। ਤੂੰ ਆਪਣੇ ਦੇ ਆਪ ਤੇ ਅਫਸੋਸ ਕਰ, ਜੋ ਤੂੰ ਦਿਸ ਰਿਹਾ ਹੈ ਅੰਦਰੋਂ ਤੂੰ ਹੈ ਨਹੀਂ। ਉਸੇ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਕਿ ਹੇ ਭਾਈ, ਜਿਹੋ ਜਿਹਾ ਤੂੰ ਬਾਹਰੋਂ ਹੈ ਉਹੋ ਜਿਹਾ ਅੰਦਰੋਂ ਨਹੀਂ। ਅੰਦਰੋਂ ਉਹੋ ਜਿਹਾ ਸਰੂਪ ਬਣਾ ਕਿ ਜਿਹੜਾ ਵੀ ਤੇਰੇ ਲਾਗੇ ਆ ਕੇ ਬੈਠੇ ਉਹਦਾ ਜੀਵਨ ਬਦਲ ਜਾਏ। ਪਰ ਸਤਿਗੁਰੂ ਜੀ ਨੇ ਉਦਾਹਰਨ ਦਿੰਦਿਆਂ ਕਿਹਾ ਹੈ, ਬਾਹਰੀ ਤੌਰ ਤੇ ਇਕੱਲਾ ਬਾਹਰੋਂ ਸੋਹਣਾ ਦਿਸਣ ਵਾਲਾ, ਉਹਦੇ ਕੋਲ ਆ ਕੇ ਬੈਠਣ ਵਾਲਾ, ਉਹਦੇ ਪੱਲੇ ਹਮੇਸ਼ਾ ਨਿਰਾਸ਼ਾ ਹੀ ਪੈਂਦੀ। ਸਾਹਿਬ ਜੀ ਨੇ ਪਾਵਨ ਬੋਲ ਕਹੇ ਨੇ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਗੱਲ ਕਰਾਂ ਜਿਨ੍ਹਾਂ ਕੋਲ ਕੇਵਲ ਦਿਖਾਵਾ ਹੈ ਪਰ ਕੋਲ ਕੁਝ ਨਹੀਂ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਉਹ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਤ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਜਦ ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਾਨ, ਤੇ ਫਲ ਕੰਮ ਨ ਆਵਣੀ ਤੇ ਗੁਣ ਮੈਂ ਤਨ ਹਨ। ਔਰ ਕਹਿਣ ਲੱਗੇ ਇਸੇ ਤਰ੍ਹਾਂ ਦੇ ਨਾਲ ਪਾਤਸ਼ਾਹ ਜੀ ਕਹਿਣ ਲੱਗੇ ਦਿਖਾਵਾ ਕਰਨ ਦੀ ਲੋੜ ਨਹੀਂ ਹੈ, ਇਸੇ ਤਰ੍ਹਾਂ ਦੀ ਤਿਆਰ ਹੋਈ ਸ਼ਮਸ਼ੀਰ ਨੂੰ ਔਰ ਕਹਿਣ ਲੱਗੇ ਮਾਲਕ ਦੇ ਸ਼ੁਭ ਗੁਣਾ ਰੂਪੀ ਮਿਆਨ ਦੇ ਵਿੱਚ ਪਾ ਕੇ ਰੱਖ। ਤੇ ਅੱਗੇ ਕਹਿਣ ਲੱਗੇ ਤਿਸਕਾ ਕੁੱਠਾ ਹੋਵੇ ਛੇਕ, ਇਹੋ ਜਿਹੀ ਕਿਰਪਾਨ ਦੇ ਨਾਲ ਕੀਤਾ ਹੋਇਆ ਹਲਾਲ ਜਿਹੜਾ ਹੈ, ਕਹਿਣ ਲੱਗੇ ਹਰਾਮ ਨਹੀਂ ਹਲਾਲ ਹੀ ਹੁੰਦਾ। ਤਿਸ ਦਾ ਕੁੱਠਾ ਹੋਵੇ ਛੇਕ, ਲੋਹੂ ਲੱਭ ਨਿਕੱਥਾ ਵੇਖ। ਫਿਰ ਦੇਖੀ ਇਹੋ ਜਿਹੀ ਕਿਰਪਾਨ ਦੇ ਨਾਲ ਵਾਰ ਕੀਤਿਆਂ ਔਰ ਉਹਦੇ ਅੰਦਰੋਂ ਖੂਨ ਕਿਵੇਂ ਨਿਕਲਦਾ ਹੈ। ਔਰ ਇਸ ਗੱਲ ਨੂੰ ਕਲੀਅਰ ਕਰਨ ਦੇ ਲਈ, ਸਪਸ਼ਟ ਕਰਨ ਦੇ ਲਈ ਬਾਬਾ ਫਰੀਦ ਜੀ ਦਾ ਕਬੋਲ ਤੇ ਬਾਬਾ ਫਰੀਦ ਜੀ ਕਹਿਣ ਲੱਗੇ, ਰੱਬ ਜੀ ਦੇ ਪਿਆਰਿਆਂ ਦੇ ਤਨ ਨੂੰ ਜੇਕਰ ਚੀਰ ਦਈਏ ਨਾ, ਭੋਰਾ ਵੀ ਖੂਨ ਨਹੀਂ ਨਿਕਲਦਾ, ਭੋਰਾ ਵੀ ਲਹੂ ਨਿਕਲਦਾ ਨਹੀਂ ਹੈ। ਫਰੀਦਾ ਸਾਹਿਬ ਜੀ ਕਹਿਣ ਲੱਗੇ, ਬਾਬਾ ਫਰੀਦ ਜੀ ਫਰੀਦਾ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ। ਬਾਬਾ ਫਰੀਦ ਜੀ ਕਹਿਣ ਲੱਗੇ, ਜਿਹੜੇ ਰੱਬ ਦੇ ਪਿਆਰ ਵਿੱਚ ਰਤੇ ਹੋਏ ਨੇ ਉਹਨਾਂ ਦੇ ਸਰੀਰ ਨੂੰ ਚੀਰ ਦਈਏ, ਉਹਨਾਂ ਦੇ ਸਰੀਰ ਵਿੱਚੋਂ ਖੂਨ ਨਹੀਂ ਨਿਕਲਦਾ। ਹੁਣ ਕਿਹੜਾ ਖੂਨ ਹੈ, ਕਿਉਂ ਨਹੀਂ ਨਿਕਲਦਾ? ਪਰ ਇੱਥੇ ਨਾਲ ਹੀ ਸਤਿਗੁਰੂ ਪਾਤਸ਼ਾਹ ਗੱਲ ਨੂੰ ਹੋਰ ਸਪਸ਼ਟ ਕਰਦੇ ਆ। ਕੀ ਕਹਿ ਰਹੇ ਨੇ? ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ਹਿ ਰਤੇ ਆਪਣੇ ਤਿੰਨ ਤਨ, ਲੋਭ ਰਤ ਨਾ ਹੋਏ। ਸਾਹਿਬ ਜੀ ਕਹਿਣ ਲੱਗੇ ਸਾਰਿਆਂ ਸਰੀਰਾਂ ਵਿੱਚ ਖੂਨ ਹੈ, ਆਪਣੇ ਵੀ ਸਾਰੇ ਸਰੀਰਾਂ ਵਿੱਚ ਖੂਨ ਖੂਨ ਦੌਰਾ ਕਰਦੇ ਆ। ਪਰ ਸਾਹਿਬ ਜੀ ਕਹਿਣ ਲੱਗੇ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਕੋਏ, ਕੋਈ ਵੀ ਸਰੀਰ ਖੂਨ ਤੋਂ ਬਿਨਾਂ ਨਹੀਂ ਹੈ। ਪਰ ਸਾਹਿਬ ਜੀ ਕਹਿਣ ਲੱਗੇ ਜੋ ਸ਼ਹਿ ਰਤੇ ਆਪਣੇ, ਜੋ ਆਪਣੇ ਮਾਲਕ ਦੇ ਪਿਆਰ ਵਿੱਚ ਰੰਗੇ ਗਏ ਰਤੇ ਗਏ, ਉਹਨਾਂ ਦੇ ਅੰਦਰ ਲੋਭ ਰੂਪੀ ਖੂਨ ਹੁੰਦਾ ਹੀ ਨਹੀਂ ਹੈ। ਭੈ ਭਇਐ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਉਹਨਾਂ ਦੇ ਅੰਦਰੋਂ ਲੋਹ ਰੂਪੀ ਖੂਨ ਖਤਮ ਹੀ ਹੋ ਜਾਂਦਾ ਹੈ। ਪੈ ਭੈ ਮਾਲਕ ਦੇ ਨਿਰਮਲ ਭਾਵ ਵਿੱਚ ਰਹਿਆ, ਪੈ ਪੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈ ਸੰਤਰ ਧਾਤ ਸ਼ੁੱਧ ਹੋਏ, ਤੋਂ ਹਰ ਕਾ ਪਉ ਦੁਰਮਤ ਮੈਲ ਗਵਾਏ, ਨਾਨਕੇ ਜਨ ਸੋਹਣੇ ਜੋ ਰਤੇ ਹਰੰਗ ਲਾਏ। ਸਾਹਿਬ ਕਹਿਣ ਲੱਗੇ ਸ਼ੇਖ ਇਬਰਾਹਿਮ ਧਿਆਨ ਦੇ ਨਾਲ ਸੁਣ, ਤਿਸ ਦਾ ਕੁੱਠਾ ਹੋਵੇ ਛੇਕ, ਲੋਹੂ ਲੱਭ ਨਿਕੱਥਾ ਵੇਖ। ਸਾਹਿਬ ਜੀ ਕਹਿਣ ਲੱਗੇ ਹੋਏ ਹਲਾਲ ਲੱਗੇ ਹੱਕ ਜਾਏ, ਨਾਨਕ ਦਰ ਦੀਦਾਰ ਸਮਾਏ। ਇਸ ਅਵਸਥਾ ਤੇ ਪਹੁੰਚਿਆ ਹੋਇਆ ਕਹਿਣ ਲੱਗੇ ਸ਼ੇਖ ਇਬਰਾਹਿਮ ਮਾਲਕ ਦੇ ਨਾਲ ਜੁੜ ਜਾਈਦਾ ਹੈ, ਅੰਦਰੋਂ ਲੋਹ ਰੂਪੀ ਖਤਮ, ਜਿਹੜਾ ਖੂਨ ਵੀ ਹੋ ਜਾਈਦਾ। ਇਸ ਢੰਗ ਦੇ ਨਾਲ ਸ਼ਮਸ਼ੀਰ ਦੇ ਨਾਲ ਕਹਿਣ ਲੱਗੇ ਕੀਤਾ ਹੋਇਆ ਕਤਲ ਹਰਾਮ ਨਹੀਂ ਹਲਾਲ ਵੀ ਹੈ, ਤੇ ਜਿਹਦਾ ਹੁੰਦਾ ਤੇ ਕਹਿਣ ਲੱਗੇ ਉਹ ਮਾਲਕ ਦੇ ਦਰ ਤੇ ਪ੍ਰਵਾਨ ਵੀ ਹੋ ਜਾਂਦਾ ਹੈ। ਉਸੇ ਤਰ੍ਹਾਂ ਦੇ ਨਾਲ ਸ਼ਬਦ ਦੀ ਤਾਕਤ ਦੇ ਨਾਲ ਕਿਵੇਂ ਜੀਵਨ ਬਦਲਦਾ ਹੈ, ਔਰ ਕਿਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਨਮ ਸਾਖੀ ਦੇ ਅਨੁਸਾਰ ਸ਼ੇਖ ਇਬਰਾਹਿਮ ਨੂੰ ਦੱਸਿਆ ਹੈ।
ਔਰ ਕਿਸੇ ਤਰ੍ਹਾਂ ਦੇ ਨਾਲ ਉਹ ਸੁਣਦੇ ਸਾਰ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਤੇ ਡਹਿ ਪਿਆ। ਉਹ ਕਿਸੇ ਤਰ੍ਹਾਂ ਦੇ ਨਾਲ ਸ਼ਬਦ ਦੀ ਵਿਚਾਰ ਦੇ ਨਾਲ, ਸ਼ਬਦ ਦੀ ਤਾਕਤ ਦੇ ਨਾਲ ਹੋਰ ਕਿਹਨਾਂ ਦਾ ਜੀਵਨ ਬਦਲਿਆ ਹੈ, ਉਹ ਵਿਚਾਰਾ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਸਮੁੱਚੀਆਂ ਵਿਚਾਰਾਂ ਕਰਦਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ।